ਸਤਿ ਸ੍ਰੀ ਅਕਾਲ। ਤੁਹਾਡੇ ਵਰਗੋ ਫਿਰ ਅਸੀਂ ਆਪਣਾ ਇੱਕ ਪ੍ਰੋਗਰਾਮ ਲੈ ਕੇ ਆਏ ਹਾਂ, ਸਤਿਗੁਰੂ ਕਰਤਾ ਪੁਰਖ। ਮੈਨੂੰ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਿਆ ਹੋਣਾ। ਕਿਉਂ ਅੱਛਾ ਲੱਗਿਆ ਹੋਣਾ? ਕਿਉਂਕਿ ਸਾਡੇ ਕੋਲ ਅਨੁਭਵੀ ਆਤਮਾ ਨਿਰਵੈਰ ਭਾਈ ਸਾਹਿਬ ਆਪਣੇ ਹੱਲ ਲੈ ਕੇ ਤੁਹਾਡੇ ਵਰਗੋ ਆਏ ਹੈ। ਆਈਏ ਸਵਾਗਤ ਕਰਦੇ ਹਾਂ ਨਿਰਵੈਰ ਭਾਈ ਸਾਹਿਬ ਦਾ। ਭਾਈ ਸਾਹਿਬ ਤੁਹਾਡਾ ਇਸ ਕਰਤਾ ਪੁਰਖ 'ਚ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਸਤਿ ਸ੍ਰੀ ਅਕਾਲ। ਓਮ ਸ਼ਾਂਤੀ ਜੀ ਹਾਂਜੀ। ਭਾਜੀ, ਇੱਕ ਪਰਸਨਲੀ ਕੁਐਸਚਨ ਇਹ ਪੁੱਛਣਾ ਚਾਹੁੰਦੀ ਕਿ ਤੁਸੀਂ ਇੱਕ ਅਨੁਭਵ 'ਚ ਲਿਖਿਆ ਥਾ ਕਿ ਮੰਮਾ ਔਰ ਬਾਬਾ ਸਾਥ ਹੁੰਦੇ ਤਾਂ ਮੈਂ ਕਿਹਦੀ ਦ੍ਰਿਸ਼ਟੀ ਲਿਆਵਾਂ? ਤਾਂ ਤੁਸੀਂ ਸੋਚ 'ਚ ਪੈ ਜਾਂਦੇ। ਤੁਹਾਨੂੰ ਕੀ ਲੱਗਦਾ ਕਿ ਜਦ ਤੁਸੀਂ ਮੰਮਾ ਬਾਬਾ ਨੂੰ ਇਕੱਠਾ ਦੇਖਦੇ ਥੇ ਤਾਂ ਕਿਆ ਅਨੁਭਵ ਪ੍ਰਾਪਤ ਹੁੰਦਾ था ਤੁਹਾਨੂੰ? ਬੜੀ ਮੁਸ਼ਕਿਲ ਸਵਾਲ ਪੁੱਛ ਲਿਆ ਤੁਸੀਂ। ਅਸੀਂ ਪਹਿਲੇ ਮਾਤੇਸ਼ਵਰੀ ਜੀ ਦੀ ਦ੍ਰਿਸ਼ਟੀ ਲੈਂਦੇ ਸੀ, ਕਿਉਂਕਿ ਮਾਤੇਸ਼ਵਰੀ ਜੀ ਕਲਾਸ 'ਚ ਪਹਿਲੇ ਆਉਂਦੇ ਸੀ। ਔਰ ਫਿਰ ਜਦੋਂ ਮਾਤੇਸ਼ਵਰੀ ਜੀ ਦੀ ਦ੍ਰਿਸ਼ਟੀ ਔਰ ਉਸ ਤੋਂ ਬਾਅਦ ਮੁਰਲੀ ਉਹ ਸੁਣ ਲਈ, ਉਸ ਤੋਂ ਬਾਅਦ ਫਿਰ ਬ੍ਰਹਮਾ ਬਾਬਾ ਕਲਾਸ 'ਚ ਆਉਂਦੇ ਸੀ। ਔਰ ਉਹਨਾਂ ਦੇ ਆਉਣ ਦੀ ਖੜਾਵਾਂ ਦੀ ਆਵਾਜ਼ ਸੁਣ ਕਰਕੇ ਮਾਤੇਸ਼ਵਰੀ ਜੀ ਆਪਣੀ ਬਾਣੀ ਨੂੰ ਵਿਰਾਮ ਦੇ ਦਿੰਦੇ ਸੀ ਅਤੇ ਅਸੀਂ ਵੀ ਸਮਝ ਜਾਂਦੇ ਸੀ ਕਿ ਹੁਣ ਬਾਬਾ ਆ ਰਹੇ ਨੇ। ਅਤੇ ਜਦੋਂ ਬਾਬਾ ਆ ਕਰਕੇ ਸੰਦਲੀ 'ਤੇ ਬੈਠਦੇ ਅਤੇ ਮੰਮਾ ਵੀ ਮੁੜ ਕਰਕੇ ਥੋੜ੍ਹਾ ਜਿਹਾ ਬਾਬਾ ਦੀ ਤਰਫ ਧਿਆਨ ਰੱਖਦੇ ਸੀ। ਅਤੇ ਉਦੋਂ ਤੁਸੀਂ ਸਮਝ ਸਕਦੇ ਹੋ, ਅਗਰ ਮੰਮਾ ਉਹਨਾਂ ਦੀ ਤਰਫ ਧਿਆਨ ਰੱਖਦੇ ਤਾਂ ਅਸੀਂ ਕਿੱਧਰ ਰੱਖਾਂਗੇ? ਅਤੇ ਅਸੀਂ ਵੀ ਫਿਰ ਬਾਬਾ ਦੀ ਤਰਫ ਪੂਰਾ ਧਿਆਨ ਰੱਖ ਕਰਕੇ, ਔਰ ਇਹ ਜਾਣਦੇ ਹੋਏ ਤੁਹਾਨੂੰ ਇਹ ਇੱਕ ਅਨੁਭਵ ਸੁਣਾ ਰਿਹਾ ਕਿ ਜਦੋਂ ਬਾਬਾ ਸਾਹਮਣੇ ਆਉਂਦੇ ਸੀ ਤਾਂ ਸਾਨੂੰ ਇਹ ਸੰਕਲਪ ਚੱਲਦਾ ਸੀ ਕਿ ਹੁਣ ਇਹਨਾਂ ਦੇ ਜ਼ਰੀਏ ਸਾਨੂੰ ਸ਼ਿਵ ਬਾਬਾ ਦ੍ਰਿਸ਼ਟੀ ਵੀ ਦੇਣਗੇ ਔਰ ਸਾਨੂੰ ਗਿਆਨ ਸ਼੍ਰਿੰਗਾਰ ਵੀ ਕਰਨਗੇ, ਗਿਆਨ ਰਤਨਾਂ ਦੀਆਂ ਥਾਲੀਆਂ ਭਰ ਭਰ ਕੇ ਦੇਣਗੇ ਸਾਨੂੰ। ਅਤੇ ਉਹ ਸੰਕਲਪ ਕਰਦੇ ਹੀ ਇਤਨਾ ਨਸ਼ਾ ਚੜ੍ਹ ਜਾਂਦਾ ਸੀ ਅਤੇ ਬਾਬਾ ਨੂੰ ਦੇਖਦੇ ਦੇਖਦੇ ਇਤਨਾ ਨਸ਼ਾ, ਜੋ ਸਾਡੇ ਫੇਸ ਜਿਹੜਾ ਸੀ, ਚਿਹਰਾ ਜਿਹੜਾ ਸੀ, ਉਹ ਫੁੱਲ ਕਰਕੇ ਇਤਨਾ ਮੋਟਾ ਮੋਟਾ ਹੋ ਜਾਂਦਾ ਸੀ, ਜਿਸ ਤਰ੍ਹਾਂ ਤੁਹਾਡਾ ਚਿਹਰਾ ਸਦਾ ਮੈਂ ਦੇਖਦਾ ਹੀ ਖੁਸ਼ੀ 'ਚ ਫੁੱਲਿਆ ਰਹਿੰਦਾ ਜੀ ਹਮੇਸ਼ਾ। ਅਤੇ ਇਸ ਤਰ੍ਹਾਂ ਦਾ ਅਨੁਭਵ ਦੋਨਾਂ 'ਚ ਮਤਲਬ ਥੋੜ੍ਹਾ ਜਿਹਾ ਫਰਕ ਹੁੰਦਾ ਸੀ। ਲੇਕਿਨ ਜਦੋਂ ਮੰਮਾ ਦ੍ਰਿਸ਼ਟੀ ਦਿੰਦੇ ਸੀ ਤਾਂ ਵੀ ਉਹਨਾਂ ਦਾ ਭਾਵ ਤਾਂ ਇਹੋ ਹੀ ਹੁੰਦਾ ਸੀ ਕਿ ਅਸੀਂ ਸ਼ਿਵ ਬਾਬਾ ਨੂੰ ਯਾਦ ਕਰੀਏ। ਔਰ ਬ੍ਰਹਮਾ ਬਾਬਾ ਵੀ ਜਦੋਂ ਸਾਹਮਣੇ ਬੈਠਦੇ ਤਾਂ ਉਹ ਵੀ ਕਹਿੰਦੇ ਸੀ ਕਿ ਆਪਣੇ ਆਪ ਨੂੰ ਆਤਮਾ ਸਮਝ ਕੇ ਸ਼ਿਵ ਬਾਬਾ ਦੇ ਨਾਲ ਮਨ ਲਗਾਓ। ਔਰ ਉਹ ਉਸ ਵੇਲੇ ਦੇ ਅਨੁਭਵ ਬੜੇ ਹੀ ਸੁੰਦਰ ਸੀ, ਮੰਮਾ ਦੇ ਨਾਲ ਵੀ, ਬਾਬਾ ਦੇ ਨਾਲ ਵੀ। ਜੀ। ਤਾਂ ਉਹ ਸਮੇਂ ਜਿਹੜਾ ਥਾ ਔਰ ਅੱਜ ਕਾ ਜੇ ਸਮੇਂ ਹੈ ਬ੍ਰਾਹਮਣ ਜੀਵਨ 'ਚ ਕੀ ਫਰਕ ਨਜ਼ਰ ਆਉਂਦਾ ਤੁਹਾਨੂੰ? ਫਰਕ ਇਤਨਾ ਹੈ ਕਿ ਦੇਖੋ, ਬਾਬਾ ਔਰ ਮੰਮਾ ਦੀ ਪ੍ਰੈਜ਼ੈਂਸ, ਉਹਨਾਂ ਦੀ ਜਿਹੜੀ ਸ਼ਕਤੀ, ਉਹਨਾਂ ਦੇ ਜਿਹੜੇ ਪ੍ਰਕੰਪਨ, ਅਤੇ ਉਹ ਉਸ ਵੇਲੇ ਜਿਹੜੇ ਫੀਲ ਹੁੰਦੇ ਸੀ। ਹੁਣ ਜੋ ਵੀ ਨਿਮਿਤ ਬਣਦੇ ਆ ਜੀ ਕਲਾਸ ਕਰਾਉਣ ਵਾਸਤੇ, ਜਿਸ ਤਰ੍ਹਾਂ ਹੁਣ ਦਾਦੀ ਰਤਨ ਮੋਹਿਨੀ ਹੈ ਜਾਂ ਹੋਰ ਸੀਨੀਅਰ ਭੈਣਾਂ ਹੈਗੀਆਂ ਜੀ,
ਜਾਂ ਕੋਈ ਭਾਈ ਵੀ ਹੈਗੇ ਆ। ਗੱਲ ਇਹ ਹੈ ਕਿ ਉਹਨਾਂ ਨੇ ਸਾਰਿਆਂ ਨੇ ਆਜੀਵਨ ਤਪੱਸਿਆ ਕੀਤੀ ਹੈ, ਅਤੇ ਤਪ ਕਰਨ ਵਾਲਾ ਕੋਈ ਵੀ ਤਪਸਵੀ ਜਿਹੜਾ ਈ ਉਹਨਾਂ ਦੇ ਪ੍ਰਕੰਪਨ ਬੜੇ ਸ਼ਕਤੀਸ਼ਾਲੀ ਹੁੰਦੇ ਆ। ਅਤੇ ਇਸ ਕਰਕੇ ਸਾਨੂੰ ਇਸ ਤਰ੍ਹਾਂ ਲੱਗਦਾ ਈ ਕਿ ਇਹ ਵੀ ਭਾਈ ਭੈਣਾਂ ਦੇ ਜ਼ਰੀਏ ਸ਼ਿਵ ਬਾਬਾ, ਬ੍ਰਹਮਾ ਬਾਬਾ ਅਵਿਅਕਤ ਰੂਪ 'ਚ ਆ ਕਰਕੇ ਉਹ ਸਾਨੂੰ ਦ੍ਰਿਸ਼ਟੀ ਦਿੰਦੇ ਆ। ਜਿਸ ਤਰ੍ਹਾਂ ਅਸੀਂ ਦਾਦੀ ਗੁਲਜ਼ਾਰ ਦੇ ਜ਼ਰੀਏ ਅਵਿਅਕਤ ਬਾਪ ਦਾਦਾ ਨੂੰ ਮਿਲਦੇ, ਅਤੇ ਉਹ ਉਸ ਵੇਲੇ ਉਹਨਾਂ ਦੇ ਨੈਣ ਚੈਨ ਸਭ ਦੇਖਦੇ ਦੇਖਦੇ ਸਾਨੂੰ ਇੰਝ ਲੱਗਦਾ ਸੀ ਜਿਸ ਤਰ੍ਹਾਂ ਸਾਕਾਰ ਬਾਬਾ ਸਾਹਮਣੇ ਬੈਠੇ ਹੋਏ। ਅਤੇ ਇਸੇ ਤਰ੍ਹਾਂ ਹੀ ਹੋਰ ਵੀ ਭਾਈ ਭੈਣਾਂ ਦਾ ਇਹੋ ਜਿਹਾ ਅਨੁਭਵ ਹੁੰਦਾ ਹੀ। ਲੇਕਿਨ ਇਹਨਾਂ ਗੱਲਾਂ 'ਚ ਨਾ ਜਾ ਕਰਕੇ ਗੱਲ ਸਾਰੀ ਹੈ ਕਿ ਸਾਡੀ ਆਪਣੀ ਸਥਿਤੀ ਕੀ ਬਣਦੀ ਹੈ ਉਸ ਵੇਲੇ। ਅਤੇ ਉਹ ਸਾਡੇ ਲਈ ਤਾਂ ਇੱਕ ਲਕਸ਼ ਵੀ ਹੈ, ਸੋਰਸ ਆਫ ਇੰਸਪੀਰੇਸ਼ਨ ਵੀ ਹੈ। ਲੇਕਿਨ ਅਸੀਂ ਆਪਣਾ ਅੰਤਰਿਕ ਜਿਹੜਾ ਪੁਰਸ਼ਾਰਥ ਹੈ ਉਹ ਹੈ ਆਪਣੇ ਮਨ ਨੂੰ ਟਿਕਾਉਣਾ, ਸ਼ਿਵ ਬਾਬਾ ਦੇ ਸਰੂਪ 'ਤੇ ਟਿਕਾਉਣਾ, ਉਹਨਾਂ ਦੇ ਗੁਣਾਂ 'ਤੇ ਉੱਪਰ ਥੋੜ੍ਹਾ ਮਨਨ ਕਰਨਾ, ਔਰ ਉਹ ਸਥਿਤੀ 'ਚ ਆਪਣੇ ਆਪ ਨੂੰ ਸੈੱਟ ਕਰਨਾ। ਅਗਰ ਇਹ ਅਭਿਆਸ ਤੁਹਾਡਾ ਚੱਲ ਰਿਹਾ ਈ ਅਤੇ ਤੁਸੀਂ ਜਦੋਂ ਵੀ ਮੈਡੀਟੇਸ਼ਨ ਕਰਨਗੇ ਹੋ, ਕੋਈ ਵੀ ਤੁਹਾਡੇ ਸਾਹਮਣੇ ਹੋਏਗਾ, ਪਰ ਤੁਹਾਨੂੰ ਅਨੁਭਵ ਇਹੀ ਹੋਏਗਾ ਕਿ ਜਿਸ ਤਰ੍ਹਾਂ ਅਵਿਅਕਤ ਬਾਪ ਦਾਦਾ ਨੇ ਸਾਨੂੰ ਬੜਾ ਹੀ ਸੁੰਦਰ ਅਨੁਭਵ ਕਰਾਇਆ। ਜੀ ਭਾਈ, ਤੁਸੀਂ ਜਦ ਪਹਿਲੀ ਵੇਲਾ ਇਸ ਗਿਆਨ 'ਚ ਆਏ थे ਤਾਂ ਤੁਸੀਂ ਸਭ ਤੋਂ ਪਹਿਲੇ ਮੰਮਾ ਨੂੰ ਦੇਖਿਆ ਥਾ ਜਾਂ ਬਾਬਾ ਨੂੰ? ਪਹਿਲੇ ਮੰਮਾ ਨੂੰ ਦੇਖਿਆ ਸੀ, ਕਿਉਂਕਿ ਬੰਬੇ 'ਚ ਮੈਂ ਗਿਆਨ ਲਿਆ ਸੀ ਜੀ, ਔਰ 1 ਮਹੀਨਾ ਹੀ ਹੋਇਆ ਸੀ ਗਿਆਨ ਸੁਣਦੇ ਹੋਏ। ਉਸ ਤੋਂ ਬਾਅਦ ਮਾਤੇਸ਼ਵਰੀ ਜੀ ਉੱਥੇ ਬੰਬੇ 'ਚ ਆਏ ਸੀ ਔਰ 1 ਮਹੀਨਾ ਉੱਥੇ ਰਹੇ ਸੀ। ਅਤੇ ਉਸ ਵੇਲੇ ਉਹਨਾਂ ਦਾ ਰੋਜ਼ ਪ੍ਰਵਚਨ ਸ਼ਾਮੀ 5 ਤੋਂ 6 ਤਾਈਂ ਅਸੀਂ ਸੁਣਦੇ ਸੀ, ਔਰ ਫਿਰ ਆਪਣੇ ਸਥਾਨ 'ਤੇ ਜਾ ਕਰਕੇ ਭੋਜਨ ਕਰਕੇ ਫਿਰ ਵਾਪਸ ਆਉਂਦੇ ਸੀ। ਔਰ 7 ਤੋਂ 8 ਤਾਈਂ ਫਿਰ ਸਾਕਾਰ ਬਾਬਾ ਦੇ ਜ਼ਰੀਏ ਜੋ ਸ਼ਿਵ ਬਾਬਾ ਦੇ ਮਹਾਵਾਕਿਆ, ਜਿਹਨੂੰ ਅਸੀਂ ਗਿਆਨ ਮੁਰਲੀ ਕਹਿੰਦੇ ਹਾਂ, ਫਿਰ ਉਹ ਸੁਣਦੇ ਸੀ। ਉਹ ਸਾਨੂੰ ਦਾਦੀ ਰਤਨ ਮੋਹਿਨੀ ਸੁਣਾਉਂਦੀ ਸੀ, ਜਾਂ ਸਾਡੀ ਜੋ ਸਾਡੀ ਉਸ ਵੇਲੇ ਟੀਚਰ ਸੀ ਉਰਮਿਲਾ ਦੀਦੀ, ਉਹ ਪੜ੍ਹ ਕਰਕੇ ਸੁਣਾਉਂਦੀ ਸੀ। ਔਰ ਫਿਰ ਉਸ ਤੋਂ ਬਾਅਦ ਸਾਨੂੰ ਆਪਣੇ ਹਿਸਾਬ ਨਾਲ ਮੁਰਲੀ ਪੜ੍ਹ ਕਰਕੇ ਉਹਦੇ ਉੱਪਰ ਵਿਚਾਰ ਕਰਨ ਵਾਸਤੇ ਸਾਨੂੰ ਕਾਪੀ ਵੀ ਉਹਦੀ ਦੇ ਦਿੰਦੀ ਸੀ। ਅਤੇ ਇਸ ਤਰ੍ਹਾਂ ਸ਼ੁਰੂ 'ਚ 1 ਮਹੀਨਾ ਮੰਮਾ ਉਹਨਾਂ ਦਿਨਾਂ 'ਚ ਰਹੀ ਸੀ ਬੰਬੇ 'ਚ। ਔਰ ਤੁਸੀਂ ਦੇਖੋ, ਰੋਜ਼ ਦੀਆਂ 2 ਕਲਾਸਾਂ ਅਗਰ ਹੋ ਜਾਣ ਔਰ ਮੰਮਾ ਦ੍ਰਿਸ਼ਟੀ ਦੇ, ਫਿਰ ਭੈਣ ਜੀ ਦ੍ਰਿਸ਼ਟੀ ਦੇ, ਤਾਂ ਸਾਡਾ ਕਿੰਨਾ ਟਾਈਮ ਗਿਆ ਉਹਦੇ 'ਚ। ਸਾਡੀ ਤਾਂ ਡਬਲ ਕਮਾਈ ਹੋ ਗਈ। ਅਤੇ ਇਸ ਤਰ੍ਹਾਂ ਉਹ ਜਿਹੜਾ ਸ਼ੁਰੂ ਦੇ 2 ਮਹੀਨੇ ਜਿਹੜੀ ਸਾਡੀ ਪਰਵਰਿਸ਼ ਹੋਈ, ਉਹ ਬਹੁਤ ਸਾਨੂੰ ਫਾਇਦੇਮੰਦ ਸਿੱਧ ਹੋਈ। ਮੈਂ ਔਰ ਮੇਰੇ ਦੂਸਰੇ ਦੋਸਤ, ਅਸੀਂ 8 ਦੋਸਤ ਹੈਗੇ ਸੀ, ਅਤੇ ਸਭ ਨੂੰ ਬਹੁਤ ਅੱਛਾ ਲੱਗਦਾ ਸੀ। ਹਰ ਇੱਕ ਦੇ ਮਨ 'ਚ ਬੜਾ ਇੱਕ ਪੋਜ਼ੀਟਿਵਿਟੀ ਆ ਗਈ ਸੀ। ਔਰ ਜਿਸ ਮਾਹੌਲ 'ਚ ਅਸੀਂ ਰਹਿੰਦੇ ਸੀ, ਹੋਰ ਵੀ ਕਈ ਸਥਾਨਾਂ ਤੋਂ ਲੋਕ ਆਉਂਦੇ ਨੇ ਉੱਥੇ। ਉਮਰ ਵੀ ਛੋਟੀ ਵੱਡੀ ਹੁੰਦੀ ਹੈ, ਲੇਕਿਨ ਦੇਖਿਆ ਗਿਆ ਕਿ ਉਹ ਜਿਹੜੀ ਆਤਮਿਕ ਦ੍ਰਿਸ਼ਟੀ ਹੈ, ਜਿਹੜਾ ਪਹਿਲਾਂ ਸਾਨੂੰ ਕੀ ਕਹਿੰਦੇ
ਲੈਸਨ ਮਿਲਿਆ ਜੀ ਕਿ ਸਵੈਮ ਨੂੰ ਆਤਮਾ ਨਿਸ਼ਚੈ ਕਰੋ। ਦੂਸਰੇ ਜੋ ਭਾਈ ਭੈਣ ਦੇਖਣ ਚਾਹੁੰਦੇ ਆ ਉਹਨਾਂ ਦੇ ਵੀ ਆਤਮਾ ਨੂੰ ਤੁਸੀਂ ਥੋੜ੍ਹਾ ਦੇਖਦੇ ਰਹੋ। ਅਤੇ ਉਹ ਆਤਮਿਕ ਦ੍ਰਿਸ਼ਟੀ ਜਿਹੜੀ ਹੈ ਉਹ ਬਹੁਤ ਸੁੱਖ ਦੇਣ ਵਾਲੀ ਹੈ। ਉਹਦੇ 'ਚ ਆਪਣਾਪਨ ਦਾ ਜਿਹੜਾ ਭਾਵ ਹੈ ਉਹ ਸਦਾ ਮਨ 'ਚ ਰਹਿੰਦਾ ਹੀ। ਫਿਰ ਇਹ ਨਹੀਂ ਮਨ ਚਾਹੁੰਦਾ ਇਹ ਮਦਰਾਸੀ ਹੈ, ਇਹ ਪੰਜਾਬੀ ਹੈ, ਇਹ ਬੰਗਾਲੀ ਹੈ, ਇਹ ਉੜੀਆ ਹੈ, ਇਹ ਗੁਜਰਾਤੀ ਹੈ। ਨਹੀਂ, ਇੱਕ ਹੀ ਭਾਵ ਰਹਿੰਦਾ ਹੈ, ਅਸੀਂ ਸਭ ਪਰਮਾਤਮਾ ਦੇ ਬੱਚੇ ਹੈਗੇ ਆ। ਰੂਹ, ਹਰ ਇੱਕ ਦੀ ਰੂਹ ਜਿਹੜੀ ਹੈ ਉਸ ਰੂਹਾਨੀ ਬਾਪ ਦੇ ਬੱਚੇ ਨੇ। ਇਹ ਜਿਹੜੀ ਇੱਕ ਧਾਰਨਾ ਸੀ ਇਹ ਸ਼ੁਰੂ 'ਚ 2 ਮਹੀਨੇ 'ਚ ਅੱਛੀ ਪੱਕੀ ਹੋਈ ਸੀ ਜੀ ਔਰ ਇਹਦੇ ਕਰਕੇ ਬੜਾ ਫਿਰ ਮਨ ਖੁਸ਼ ਰਹਿੰਦਾ ਸੀ। ਬਹੁਤ ਸਾਰੀਆਂ ਗੱਲਾਂ ਉਹਦੇ 'ਚ ਹੈਗੀਆਂ ਜੀ। ਉਹਦੇ 'ਚ ਕਿਤਨਾ ਸਾਡੇ ਚਾਲ ਚੱਲਣ 'ਤੇ ਫਰਕ ਪੈ ਗਿਆ, ਸਾਡੇ ਦੇਖਣ 'ਚ ਫਰਕ ਪੈ ਗਿਆ, ਦ੍ਰਿਸ਼ਟੀ 'ਚ, ਔਰ ਕਰਮ ਵੀ। ਕਿਉਂਕਿ ਇੱਕ ਚੀਜ਼ ਕਲੀਅਰ ਹੋ ਗਈ ਕਿ ਅਗਰ ਅਸੀਂ 5 ਵਿਕਾਰਾਂ ਦੇ ਵਸ਼ ਹੋ ਕਰਕੇ ਕੋਈ ਕਰਮ ਕਰਾਂਗੇ ਤਾਂ ਉਹ ਵਿਕਰਮ ਬਣੇਗਾ। ਵਿਕਰਮ ਬਣੇਗਾ ਤਾਂ ਉਹਦਾ ਫਲ ਦੁੱਖ ਮਿਲੇਗਾ। ਅਤੇ 5 ਵਿਕਾਰਾਂ ਦਾ ਅਸੀਂ ਤਿਆਗ ਕਰ ਦਈਏ ਅਤੇ ਆਤਮਾ ਬਿਲਕੁਲ ਨਿਰਵਿਕਾਰੀ ਬਣ ਜਾਂਦੀ ਹੈ। ਨਿਰਵਿਕਾਰੀ ਆਤਮਾ ਸਦਾ ਸੁਖੀ ਰਹਿੰਦੀ ਹੈ। ਅਤੇ ਫਿਰ ਅਸੀਂ ਉਹਨਾਂ ਗੱਲਾਂ ਨੂੰ ਸਮਝਿਆ, ਕੋਸ਼ਿਸ਼ ਕਰਨੀ ਸ਼ੁਰੂ ਕੀਤੀ। ਆਹਿਸਤਾ ਆਹਿਸਤਾ ਆਪਣੇ ਮਨ ਦੇ ਉੱਪਰ ਵੀ ਔਰ ਆਪਣੇ ਦ੍ਰਿਸ਼ਟੀ ਦੇ ਉੱਪਰ ਵੀ, ਆਪਣੇ ਜ਼ਬਾਨ ਦੇ ਉੱਪਰ ਵੀ, ਆਪਣੇ ਕਰਮਾਂ ਦੇ ਉੱਪਰ ਵੀ ਇੱਕ ਨਿਯੰਤਰਣ ਹੋ ਗਿਆ। ਸਾਡੇ ਕੰਟਰੋਲ 'ਚ ਆ ਗਏ ਉਹ। ਔਰ ਇਸ ਕਰਕੇ ਫਿਰ ਕੋਈ ਵਿਅਰਥ ਗੱਲਾਂ 'ਚ ਆਪਣਾ ਟਾਈਮ ਨਹੀਂ ਦਿੰਦੇ ਸੀ। ਤਾਂ ਤੁਹਾਡੇ ਮਨ 'ਚ ਇੱਕ ਵੇਲਾ ਵੀ ਜਿਹੜਾ ਸੈਕਿੰਡ ਨਹੀਂ ਆਇਆ ਕਿ ਮੈਂ ਨੇਵੀ 'ਚ ਜਾਵਾਂ ਜਾਂ ਮੈਂ ਗਿਆਨ 'ਚ, ਮਤਲਬ ਕਿੱਦਾਂ ਡਿਸਾਈਡ ਕਰਤਾ ਤੁਸੀਂ? 1 ਸੈਕਿੰਡ 'ਚ ਜਾਂ ਫਿਰ ਕੁਝ ਸਮਾਂ ਲੱਗਿਆ? ਨੇਵੀ 'ਚ ਤਾਂ ਮੈਂ ਪਹਿਲੇ ਹੀ ਸੀ ਨਾ। ਜੀ ਨੇਵੀ 'ਚ ਤਾਂ ਮੈਂ ਸੀ ਔਰ ਨੇਵੀ ਛੱਡਣ ਦੀ ਕੋਈ ਗੱਲ ਨਹੀਂ ਸੀ ਉਸ ਵੇਲੇ। ਅੱਛਾ। ਇਹ ਤਾਂ ਅਸੀਂ ਨੇਵੀ 'ਚ ਰਹਿ ਕਰਕੇ ਜੋ ਸਾਡੀ ਪ੍ਰੋਫੈਸ਼ਨਲ ਟ੍ਰੇਨਿੰਗ ਸੀ ਉਹ ਸਾਰੀ ਪੂਰੀ ਕਰ ਲਈ ਸੀ। ਫਿਰ ਅਸੀਂ ਐਕਟਿਵ ਸਰਵਿਸ 'ਚ ਸੀ। ਪਰ ਐਕਟਿਵ ਸਰਵਿਸ 'ਚ ਰਹਿੰਦਿਆਂ ਹੋਇਆਂ ਇੱਕ ਚੀਜ਼ ਥੋੜ੍ਹੀ ਜਿਹੀ ਆਪਣੇ ਜੀਵਨ 'ਚ ਜੋ ਮੈਂ ਅਨੁਭਵ ਕੀਤੀ ਕਿ ਕੁਛ ਹੋਰ ਵੀ ਹੈ ਸਿੱਖਣ ਵਾਸਤੇ। ਔਰ ਉਹ ਕੀ ਚੀਜ਼ ਹੈ? ਆਧਿਆਤਮਿਕਤਾ, ਈਸ਼ਵਰੀ ਗਿਆਨ, ਸਹਿਜ ਰਾਜ ਯੋਗ, ਦੈਵੀ ਗੁਣਾਂ ਦੀ ਧਾਰਨਾ। ਇਹ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਦੀ ਲੋੜ ਸੀ ਉਹ ਸਾਨੂੰ ਮਿਲ ਗਈ। ਔਰ ਉਹਦੇ ਵਾਸਤੇ ਇੱਦਾਂ ਹੀ ਕਹਾਂਗੇ ਕਿ ਸਾਨੂੰ ਤਾਂ ਘਰ ਬੈਠੇ ਨਾ ਕਿਤੇ ਦੂਰ ਜਾਣਾ ਪਿਆ, ਨਾ ਕੁਛ, ਨੇੜੇ ਹੀ ਬਿਲਕੁਲ ਬੰਬੇ ਕੋਲਾਬਾ 'ਚ ਸੈਂਟਰ ਮਿਲ ਗਿਆ। ਔਰ ਭੈਣਾਂ ਨੇ ਇਤਨਾ ਪਿਆਰ ਨਾਲ ਉਹ ਸਾਨੂੰ ਗਾਈਡ ਕੀਤਾ। ਬਸ ਹੁਣ ਦੇਖੋ 61 ਸਾਲ ਹੋ ਗਏ, ਲੇਕਿਨ ਲੱਗਦਾ ਜਿਸ ਤਰ੍ਹਾਂ ਕੱਲ੍ਹ ਅਸੀਂ ਉਹ ਸ਼ੁਰੂ ਕੀਤਾ ਸੀ। ਜੀ। ਤਾਂ ਭਾਜੀ ਜਿਹੜਾ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਤੁਸੀਂ ਇੱਕ ਕਿਹੜਾ ਪੁਆਇੰਟ ਪਕੜ ਕੇ ਚੱਲੇ ਵੇ ਗਿਆਨ 'ਚ? ਕੋਈ ਇੱਕ ਖਾਸ ਐਸੀ ਗੱਲ ਜਿਹੜੇ ਆਪਣੇ ਜੀਵਨ 'ਚ ਬਿਲਕੁਲ ਹਾਲੇ ਤਾਈਂ ਨਹੀਂ ਛੱਡੀ? ਗਿਆਨ ਔਰ ਯੋਗ ਤਾਂ ਹੈ ਹੀ, ਹੋਰ ਕੋਈ ਐਸਾ ਪੁਆਇੰਟ ਜਿਹੜਾ ਅਸੀਂ ਵੀ ਆਪਣੇ ਜੀਵਨ 'ਚ ਲੈ ਕੇ ਚੱਲੀਏ? 2-3 ਗੱਲਾਂ ਹੈਗੀਆਂ ਜੀ। ਇੱਕ ਤਾਂ ਇਹ ਚੀਜ਼ ਹੈ ਕਿ ਅਸੀਂ ਕਿਤਨਾ ਵੀ ਗਿਆਨੀ ਤੋਂ ਆਤਮਾ ਬਣ ਜਾਈਏ ਜੀ, ਕਿਤਨਾ ਵੀ ਅਭਿਆਸ ਕਰ ਲਈਏ, ਪਰ ਕਦੀ ਇਹ ਨਾ ਸੋਚੀਏ ਕਿ ਬਸ ਅਸੀਂ ਸਭ ਕੁਝ ਪਾ ਲਿਆ। ਉਹ ਫਿਰ ਨਹੀਂ ਤੇ ਹੱਸੀ 'ਚ ਕੋਈ ਕਹਿ ਦਿੰਦੇ ਸੀ ਕਿ ਜਿਸ ਤਰ੍ਹਾਂ ਚੂਹੇ ਨੂੰ ਹਲਦੀ ਦਾ ਟੁਕੜਾ ਮਿਲ ਜਾਏ ਤਾਂ ਉਹ ਸਮਝਦਾ ਮੈਂ ਪੰਸਾਰੀ ਬਣ ਗਿਆ। ਉਹ ਚੀਜ਼ ਨਹੀਂ ਚਾਹੀਦੀ ਹੈ।
ਵਾਸਤਵ 'ਚ ਗਿਆਨ ਦੀ ਗਹਿਰਾਈ, दैवी गुणां ਦੀ ਧਾਰਨਾ ਦੀ ਗਹਿਰਾਈ ਔਰ शिव बाबा ਦੇ ਨਾਲ ਮਨ ਲਗਾ ਕਰਕੇ ਯੋਗ ਦੇ ਅਨੁਭਵ ਦੀ ਗਹਿਰਾਈ, ਇਹਦੇ ਵਾਸਤੇ ਸਦਾ ਹੀ ਜਿਸ ਤਰ੍ਹਾਂ ਉਤਸੁਕ ਰਹਿਣਾ ਚਾਹੀਦਾ ਅੰਤ ਤਾਈਂ। ਕਿਉਂ? ਆਹਿਸਤਾ ਆਹਿਸਤਾ ਸਾਨੂੰ ਪਤਾ ਲੱਗਦਾ ਏ ਕਿ ਸਾਡੇ ਜੀਵਨ ਦਾ ਜਿਹੜਾ ਲਕਸ਼ ਹੈਗਾ ਈ ਉਹ ਹੈ ਕਿ ਅਸੀਂ 5 ਵਿਕਾਰਾਂ ਤੇ ਮਨ ਤੱਕ ਸੰਪੂਰਨ ਵਿਜयी ਹੋਈਏ। ਜੀ। ਸੰਕਲਪ 'ਚ ਵੀ ਨਾ ਆਏ ਕਦੀ। ਔਰ ਦੂਸਰਾ ਹੈ ਨਿਰੰਤਰ शिव बाबा ਦੀ ਯਾਦ ਰਹੇ, ਜੀ, ਜਿਸ ਨੂੰ ਅਸੀਂ ਯੋਗ ਕਹਿੰਦੇ ਆ। ਤੇ ਯੋਗ ਦਾ ਮਤਲਬ ਬਾਬਾ ਨੇ ਕਿਹਾ ਹੀ ਯਾਦ, ਸਿਮਰਤੀ, ਉਹਦਾ ਧਿਆਨ ਰੱਖੀਏ। ਤੇ ਜਦੋਂ ਇਹ ਦੋਨੋਂ ਗੱਲਾਂ ਤੁਸੀਂ ਰੈਗੂਲਰ ਆਪਣੇ ਜੀਵਨ 'ਚ ਰੱਖਣਗੇ ਹੋ ਤੇ ਉਹਦੀ ਰਿਜ਼ਲਟ ਤੇ ਮਿਲੇਗੀ ਨਾ। ਫਿਰ ਬਿਲਕੁਲ। ਜਿਸ ਤਰ੍ਹਾਂ ਅਸੀਂ ਦੇਖੋ ਭੋਜਨ ਕਰਦੇ ਹਾਂ, ਪਾਣੀ ਪੀਂਦੇ ਹਾਂ ਤੇ ਉਹਦੀ ਐਨਰਜੀ ਸਰੀਰ ਨੂੰ ਮਿਲਦੀ ਹੈ, ਤਾਂ ਹੀ ਤੇ ਅਸੀਂ ਚੱਲ ਫਿਰ ਸਕਦੇ ਹਾਂ। ਜੀ ਜੀ। ਤੇ ਇਸੇ ਤਰ੍ਹਾਂ ਹੀ ਆਤਮਾ ਨੂੰ ਅਗਰ ਤੁਸੀਂ ਗਹਿਰਾਈ 'ਚ ਲੈ ਜਾਣਾ ਹੀ ਜਾਂ ਉਚਾਈ 'ਚ ਲੈ ਜਾਣਾ ਹੀ, ਉੜਦੀ ਕਲਾ ਦੇ ਅਨੁਭਵ 'ਚ ਜਾਣਾ ਹੀ, ਤੇ ਉਹਦੇ ਵਾਸਤੇ ਤੇ ਫਿਰ ਹੋਰ ਕੋਈ ਰਸਤਾ ਨਹੀਂ ਹੈ। ਈਸ਼ਵਰੀ ਗਿਆਨ ਔਰ ਸਹਿਜ ਰਾਜ ਯੋਗ ਦੀ ਅੱਛੀ ਤਰ੍ਹਾਂ ਧਾਰਨਾ ਚਾਹੀਦੀ। ਧਾਰਨਾ ਤਾਂ ਹੀ ਜਾ ਕਰਕੇ ਉਹ ਸਟੇਜ ਆਉਂਦੀ ਹੈ ਔਰ ਆਨੰਦ ਆਉਂਦਾ ਹੈ। ਜੀ ਜੀ। ਭਾਜੀ, ਤੁਹਾਡੇ ਮਨ 'ਚ ਕਦੀ ਇੱਦਾਂ ਨਹੀਂ ਹੋਇਆ ਕਿ ਮੈਂ ਗਿਆਨ ਦੇ ਚੱਲਣੇ ਤੋਂ ਬਾਅਦ ਥੋੜ੍ਹਾ ਸਾ ਅਕੇਲਾ ਫੀਲ ਕੀਤਾ, ਜਾਂ ਫਿਰ ਮੈਂ ਥੋੜ੍ਹਾ ਸਾ ਮਤਲਬ ਦਿਲ 'ਚ ਕੋਈ ਦਿਲ ਸ਼ਿਕਸਤ ਹੋ ਗਿਆ? ਤਾਂ ਅਗਰ ਤੁਹਾਨੂੰ ਇੱਦਾਂ ਹੋਇਆ ਵੀ ਕਦੇ, ਤਾਂ ਤੁਸੀਂ ਕਿਹਦੇ ਕੋਲ ਗੱਲ ਕਰਨਾ ਚਾਹੁੰਦੇ ਥੇ? ਮਤਲਬ ਮੰਮਾ ਜਾਂ ਬਾਬਾ? ਕਿਹਨੂੰ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦੇ ਥੇ? ਕੋਈ ਇਹੋ ਜਿਹਾ ਮੌਕਾ ਹੀ ਨਹੀਂ ਆਇਆ। ਅੱਛਾ। ਕਿਉਂਕਿ ਦੇਖੋ ਕੰਪਨੀ ਇਤਨੀ ਅੱਛੀ ਰਹੀ ਸਾਡੀ। ਜੀ। ਜੋ ਵੱਡੀਆਂ ਭੈਣਾਂ ਹੀ, ਦਾਦੀਆਂ ਔਰ ਦਾਦੇ, ਜੀ, ਉਹਨਾਂ ਦਾ ਇਤਨਾ ਪਿਆਰ ਮਿਲਦਾ ਸੀ, ਨਿਸਵਾਰਥ ਪਿਆਰ, ਇਤਨਾ ਹਮੇਸ਼ਾ ਸਾਨੂੰ ਉਮੰਗ ਉਤਸ਼ਾਹ 'ਚ ਰੱਖਦੇ ਸੀ। ਜੀ। ਤੇ ਇਸ ਕਰਕੇ ਸਾਨੂੰ ਤਾਂ ਕੋਈ ਇਹੋ ਜਿਹਾ ਕੋਈ ਕਦੇ ਹੋਇਆ ਹੀ ਨਹੀਂ, ਮੌਕਾ ਆਇਆ ਨਹੀਂ। ਹਾਂ, ਮੌਕਾ ਇਹੋ ਜਿਹੀਆਂ ਗੱਲਾਂ ਕਾਹਦੇ 'ਚ ਆਉਂਦੀਆਂ ਸੀ ਆਪਣੇ ਬ੍ਰਾਹਮਣ ਜੀਵਨ 'ਚ, ਜਦੋਂ ਈਸ਼ਵਰੀ ਸੇਵਾ 'ਚ ਬਿਜ਼ੀ ਹੁੰਦੇ ਆ। ਤੇ ਸੇਵਾ 'ਚ ਹਰ ਕੋਈ ਚਾਹੁੰਦਾ ਕਿ ਮੈਂ ਇਤਨੀ ਅੱਛੀ ਸੇਵਾ ਕਰਾਂ ਕਿ ਬਾਬਾ ਮੇਰੀ ਥੋੜ੍ਹੀ ਤਾਰੀਫ ਕਰ, ਕਦੀ ਮੁਰਲੀ 'ਚ ਵੀ ਨਾ ਲੈ ਲੈ। ਜੀ। ਤੇ ਉੱਥੇ ਥੋੜ੍ਹਾ ਕੰਪੀਟੀਸ਼ਨ ਹੁੰਦਾ ਈ। ਜੀ। ਲੇਕਿਨ ਅਗਰ ਉਹਦੇ 'ਚ ਵੀ ਬਾਬਾ ਨੇ ਜਿਸ ਤਰ੍ਹਾਂ ਕਿਹਾ ਈ ਕਿ ਜੋ ਜਿਤਨਾ ਕਰ ਰਹੇ ਆ ਤੁਸੀਂ ਉਹਨੂੰ ਐਪਰੀਸ਼ੀਏਟ ਕਰੋ, ਆਪਣੀ ਮਹਿਮਾ ਨਾ ਬੈਠ ਕਰਕੇ ਕਰੋ, ਮੀਆਂ ਮਿੱਠੂ ਨਾ ਬਣੋ। ਲੇਕਿਨ ਦੂਸਰੇ ਕਿਤਨੀ ਸੇਵਾ ਕਰ ਰਹੇ ਆ, ਵਾਹ, ਉਹਨਾਂ ਦੀ ਵਾਹ ਵਾਹ ਕਰਨਗੇ ਤੇ ਤੁਸੀਂ ਦੇਖਣਗੇ ਤੁਹਾਡਾ ਮਨ ਖੁਸ਼ ਰਹੇਗਾ ਔਰ ਦੂਸਰੇ ਵੀ ਤੁਹਾਡੇ ਵਾਸਤੇ ਬੜਾ ਪੋਜ਼ੀਟਿਵ ਸੋਚਣਗੇ। ਤੁਸੀਂ ਯੱਗੇ 'ਚ ਜ਼ਿਆਦਾ ਕਿਹੜੀ ਸੇਵਾ ਤੇ ਤੁਸੀਂ ਜ਼ਿਆਦਾ ਪਸੰਦ ਕਰਦੇ ਤੇ, ਜਾਂ ਹਰ ਤਰ੍ਹਾਂ ਦੀ ਸੇਵਾ? ਸ਼ੁਰੂ 'ਚ ਤੇ ਮੈਨੂੰ ਇਹੋ ਹੀ ਅੱਛਾ ਲੱਗਦਾ ਸੀ ਜਿਸ ਤਰ੍ਹਾਂ ਭੈਣਾਂ ਕਰਦੀਆਂ ਸੀ। ਅੱਛਾ। 7 ਦਿਨ ਦਾ ਕੋਰਸ ਕਰਾਉਣਾ। ਅੱਛਾ। ਲੇਕਿਨ ਫਿਰ ਆਹਿਸਤਾ ਆਹਿਸਤਾ ਬਾਬਾ ਨੇ ਮੈਨੂੰ ਥੋੜ੍ਹਾ ਜਿਹਾ ਇਸ਼ਾਰਾ ਦਿੱਤਾ, ਥੋੜ੍ਹਾ ਜਿਹਾ ਨਹੀਂ, ਅੱਛੀ ਤਰ੍ਹਾਂ, ਜੀ, ਕਿ ਬੱਚੇ ਇਹ ਤੁਸੀਂ ਕੋਰਸ ਕਰਾਇਆ ਜਾਂ ਹੋਰ ਕੁਝ ਕੀਤਾ, ਇਹ ਤਾਂ ਸਭ ਠੀਕ ਹੈ, ਹੋਰ ਕੀ ਕੀਤਾ? ਤੁਸੀਂ ਤੇ ਆਲ ਰਾਊਂਡ ਸਰਵਿਸ ਕਰਨਾ ਸਿੱਖੋ।
ਫਿਰ ਮੇਰੇ ਸਮਝ 'ਚ ਨਹੀਂ ਆਉਂਦਾ ਸੀ ਕਿ ਆਲ ਰਾਊਂਡ All-round ਸਰਵਿਸ ਦਾ ਮਤਲਬ ਕੀ ਹੈ। ਫਿਰ ਆਹਿਸਤਾ ਆਹਿਸਤਾ ਬਾਬਾ ਨੇ ਮੈਨੂੰ ਖੁਦ, ਜਿਸ ਤਰ੍ਹਾਂ ਨਹੀਂ ਕਿਸੇ ਨੂੰ ਤੈਰਨਾ ਸਿਖਾਉਣਾ ਹੋਏ ਜੀ ਤੇ ਉਹਨੂੰ ਸਵਿਮਿੰਗ ਪੂਲ 'ਚ ਬੱਚੇ ਨੂੰ ਫੈਂਕ ਦਿੰਦੇ ਆ, ਹੱਥ ਪੈਰ ਮਾਰੇਗਾ ਮਾਰੇ ਕੇ। ਸਿੱਖ ਜਾਏਗਾ। ਜੀ ਤੇ ਬਾਬਾ ਨੇ ਫਿਰ ਕਈ ਸਾਰੀ ਯੱਗ ਦੀ ਸੇਵਾ ਜਿਹੜੀ ਹੁੰਦੀ, ਕਈ ਪ੍ਰਕਾਰ ਦੀ ਸੇਵਾ ਹੈਗੀ ਹੈ, ਤੇ ਉਹ ਇੱਕ ਇੱਕ ਕਰਕੇ ਮੈਨੂੰ ਉਹਦਾ ਜਿਸ ਤਰ੍ਹਾਂ ਇਸ਼ਾਰਾ ਦਿੰਦੇ ਗਏ, ਤੇ ਉਹ ਮੈਂ ਧੀਰੇ ਧੀਰੇ ਵੱਡੇ ਜਿਹੜੇ ਦਾਦਾ ਸੀ, ਵਿਸ਼ਵ ਕਿਸ਼ੋਰ ਦਾਦਾ, ਆਨੰਦ ਕਿਸ਼ੋਰ ਦਾਦਾ, ਵਿਸ਼ਵਰਤਨ ਦਾਦਾ, ਇਹਨਾਂ ਤੋਂ ਮਤਲਬ ਗਾਈਡੈਂਸ ਲੈ ਕਰਕੇ, ਜਗਦੀਸ਼ ਭਾਈ ਜੀ, ਤੇ ਉਹ ਮੈਂ ਕਾਫੀ ਹੱਦ ਤਾਈਂ ਕੁਛ ਉਹਨਾਂ ਤੋਂ ਵੀ ਸਿੱਖਿਆ, ਔਰ ਬਾਬਾ ਨੇ ਮੈਨੂੰ ਬਹੁਤ ਗਾਈਡ ਕੀਤਾ, ਸਾਕਾਰ ਬਾਬਾ ਨੇ ਜੀ। ਔਰ ਬਾਕੀ ਜਿੱਥੋਂ ਤਾਈਂ ਧਾਰਨਾ ਦੀਆਂ ਗੱਲਾਂ ਹੀ, ਉਹ ਤੇ ਦੇਖੋ ਮੰਮਾ ਵੀ ਸਿਖਾਉਂਦੀ ਸੀ, ਬਾਬਾ ਵੀ ਸਿਖਾਉਂਦੇ ਸੀ, ਵੱਡੀ ਭੈਣਾਂ ਵੀ ਸਿਖਾਉਂਦੀਆਂ ਸੀ, ਦਾਦੀਆਂ ਵੀ ਸਿਖਾਉਂਦੀਆਂ ਸੀ। ਬਿਲਕੁਲ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸਿੱਖਣ ਵਾਸਤੇ ਤਿਆਰ ਰਹੀਏ। ਬਿਲਕੁਲ। ਇਹ ਨਾ ਸੋਚੀਏ ਕਿ ਅਸੀਂ ਤਾਂ ਹੁਣ ਸਭ ਕੁਝ ਜਾਣ ਗਏ ਹਾਂ, ਇਹ ਨਹੀਂ। ਇਹਦੇ ਕਰਕੇ ਬਾਬਾ ਕਹਿੰਦਾ, ਬੱਚੇ ਜਦੋਂ ਤੁਸੀਂ ਸੰਪੂਰਨ ਬਣ ਜਾਣਗੇ ਹੋ ਤੇ ਫਿਰ ਤੇ ਫਰਿਸ਼ਤਾ ਬਣ ਕੇ ਦੇਵਤਾ ਬਣ ਜਾਣਗੇ, ਉੜ ਜਾਣਗੇ। ਤੇ ਉਸ ਤੋਂ ਪਹਿਲੇ ਤਾਂ ਕਈ ਕੁਛ ਕਰਨਾ ਬਾਕੀ ਰਹਿ ਜਾਂਦਾ ਹੀ। ਪੁਰਾਣਾ ਹਿਸਾਬ ਕਿਤਾਬ ਵੀ ਖ਼ਤਮ ਕਰੋ, ਔਰ ਗਿਆਨ ਦੀ ਵੀ ਪੂਰੀ ਇੱਕਦਮ ਧਾਰਨਾ ਇਤਨੀ ਹੋਏ ਕਿ ਤੁਹਾਨੂੰ ਖੁਦ ਫੀਲ ਹੋਏ ਕਿ ਗਿਆਨ ਦੀ ਹਰ ਪਹਿਲੂ ਨੂੰ ਮੈਂ ਸਮਝ ਗਈ ਹਾਂ। ਔਰ ਫਿਰ ਕੋਈ ਸੇਵਾ ਵਾਸਤੇ ਵੀ ਕੋਈ ਸਾਹਮਣੇ ਆਉਂਦੇ ਆ ਤੇ ਬਾਬਾ ਕਿਸ ਤਰ੍ਹਾਂ ਤੁਹਾਡੇ ਕੋਲੋਂ ਸੇਵਾ ਕਰਾਉਂਦਾ ਜੀ। ਤੁਸੀਂ ਤਾਂ ਨਿਮਿਤ ਬਣ ਕਰਕੇ ਉਹਨਾਂ ਨੂੰ ਪਿਆਰ ਨਾਲ ਦ੍ਰਿਸ਼ਟੀ ਦੇਣਗੇ, ਉਹ ਆਓ ਭਰਾ ਜੀ, ਆਓ ਭੈਣ ਜੀ। ਲੇਕਿਨ ਉਹਨਾਂ ਨੂੰ ਕੀ ਚਾਹੀਦਾ ਉਸ ਵੇਲੇ, ਉਹ ਫਿਰ ਬਾਬਾ ਟੱਚ ਕਰਦਾ ਜੀ। ਭਾਜੀ ਤੁਸੀਂ ਅੱਜ ਸਾਨੂੰ ਆਪਣਾ ਅਨੁਭਵ, ਮੇਰੇ ਕੁਐਸਚਨ ਤਾਂ ਉੱਦਾਂ ਹੀ ਰਹਿ ਗਏ। ਨਹੀਂ, ਪੁੱਛੋ ਕੁਐਸਚਨ, ਹੋਰ ਵੀ ਪੁੱਛ ਲਓ। ਜੀ, ਉਹੀ ਕਿ ਇਹੜੀ ਕਿਹੜੀ ਸਮ੍ਰਿਤੀ ਹੈ ਜਿਹੜੀ ਸਦਾ ਰਹੇ ਤੇ ਸਾਡੇ ਜੀਵਨ 'ਚ ਕਦੀ ਅਸੀਂ ਦਿਲ ਸ਼ਿਕਸਤ ਨਾ ਹੋਈਏ। ਇੱਕ ਗੀਤ ਹੈ ਜੀ, ਉਹ ਗਾ ਲਿਆ ਕਰੋ। ਉਹ ਕਿਹੜਾ? मैं खुश नसीब हूँ, मुझको बाबा का प्यार मिला। जी बिल्कुल, ये गा लिया करो, और क्या। ਉਹ ਤੇ ਦਿਲ ਸ਼ਿਕਸਤ ਨਹੀਂ ਹੋ ਸਕਦੇ ਅਸੀਂ ਬਿਲਕੁਲ ਵੀ। नो क्वेश्चन। ਜੀ ਜੀ ਭਾਜੀ ਤੁਸੀਂ ਅੱਜ ਸਾਡੇ ਇਹ ਕਰਤਾ ਪੁਰਖ 'ਚ ਸਾਨੂੰ ਆਪਣਾ ਅਨੁਭਵ ਵੀ ਦੱਸਿਆ ਤੇ ਸਾਡੇ ਪ੍ਰਸ਼ਨ ਦਾ ਹੱਲ ਵੀ ਦੱਸਿਆ ਜੀ। ਮੈਨੂੰ ਉਮੀਦ ਹੈ ਤੁਸੀਂ ਹਰ ਵੇਲਾ ਤੁਸੀਂ ਇੱਦਾਂ ਹੀ ਬਸ ਸਾਨੂੰ ਸਾਡੇ ਪ੍ਰਸ਼ਨਾਂ ਦਾ ਹੱਲ ਦਿੰਦੇ ਜਾਓ ਤਾਂ ਅਸੀਂ ਭਰਪੂਰ ਹੁੰਦੇ ਜਾਏ। ਜਿਹੜੀ ਡਿੱਬੀ ਸਾਡੀ ਖਾਲੀ ਹੈ ਉਹ ਭਰਦੀ ਜਾਵੇ। ਲੋ ਇਤਨੇ ਕੁਐਸਚਨ ਪੁੱਛਣੇ ਵਾਲਾ ਤੁਹਾਡਾ, ਤੁਸੀਂ ਤਾਂ ਮੇਰੇ ਕੋਲੋਂ ਜ਼ਿਆਦਾ ਜਾਣਦੇ ਹੋ ਨਾ, ਤਾਂ ਹੀ ਤਾਂ ਕੁਐਸਚਨ ਪੁੱਛਦੇ ਹੋ। ਮੈਂ ਤਾਂ ਥੋੜ੍ਹਾ ਟਿਕਲੂ ਕਰ ਦਿੰਦਾ ਹੀ। ਸੁਣਨ ਵਾਲੇ ਵੀ ਦੇਖਦੇ ਆ ਬਈ ਭਾਈ ਬੜੀ ਛੋਟੀ ਛੋਟੀ ਗੱਲਾਂ ਸਾਨੂੰ ਸੁਣਾ ਰਹੇ ਨੇ, ਲੇਕਿਨ ਇਹ ਛੋਟੀ ਛੋਟੀ ਗੱਲਾਂ ਜਿਹੜੀਆਂ ਬੜੀਆਂ ਕੀਮਤੀ ਗੱਲਾਂ ਹੈਗੀਆਂ ਹੀ। ਇਹਨਾਂ ਦੀ ਧਾਰਨਾ ਨਾਲ ਮਨੁੱਖ ਤੋਂ ਅਸੀਂ ਦੇਵਤਾ ਬਣ ਸਕਦੇ ਹਾਂ। ਜੀ ਜੀ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੇ ਨਾਲੇ ਸਤਿ ਸ੍ਰੀ ਅਕਾਲ। ਥੈਂਕ ਯੂ। ਓਮ ਸ਼ਾਂਤੀ।